ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕੁਲਬੀਰ ਸਿੰਘ ਜੀ ਕੌੜਾ ਜੀ ਦੀ ਰਚਨਾ ਤੇ ਸਿੱਖ ਵੀ ਨਿਕਲਿਆ ਗਿਆ। ਭਾਗ 21ਵਾਂ। ਦੁਨੀਆ ਵਿੱਚ ਜਿਹੜੀ ਚੀਜ਼ ਇੱਕ ਥਾਂ ਤੇ ਠੀਕ ਹੈ ਉਹ ਚੀਜ਼ ਦੂਜੀ ਥਾਂ ਤੇ ਗਲਤ ਹੈ। ਕਿਸੇ ਵੀ ਗੱਲ ਨੂੰ ਧਾਰਮਿਕ ਕਸਵੱਟੀ ਤੇ ਨਹੀਂ ਪਰਖਣਾ ਚਾਹੀਦਾ। ਸਿੱਖ ਧਰਮ ਇਸ ਗੱਲੋਂ ਬਹੁਤ ਵਿਸ਼ਾਲ ਤੇ ਮਾਡਰਨ ਹੈ। ਤੇ ਕਹਿੰਦੇ ਹਨ ਕਿਸੇ ਹਿੰਦੂ ਨੇ ਕਿਹਾ ਮੈਂ ਮੁਸਲਮਾਨ ਬਣ ਜਾਣਾ ਹੈ ਕਿਉਂਕਿ ਮੁਸਲਮਾਨ ਧਰਮ ਵਿੱਚ ਬੜੀ ਖੁੱਲ੍ਹ ਹੈ। ਲਾਗੇ ਖਲੋਤੇ ਕਿਸੇ ਹੋਰ ਨੇ ਕਿਹਾ ਕਿ ਜੇ ਬਣਨਾ ਹੀ ਹੈ ਤਾਂ ਸਿੱਖ ਬਣ। ਮੁਸਲਮਾਨ ਧਰਮ ਵਿੱਚ ਤਾਂ 20 ਪਾਬੰਦੀਆਂ ਹਨ। ਸ਼ਰਾਬ ਨਹੀਂ ਪੀ ਸਕਦੇ, ਸੂਰ ਨਹੀਂ ਖਾ ਸਕਦੇ, ਸਿਰਫ 4 ਹੀ ਸ਼ਾਦੀਆਂ ਕੀਤੀਆਂ ਜਾ ਸਕਦੀਆਂ ਹਨ। ਸੁੰਨਤ ਕਰਵਾਉਣੀ ਜ਼ਰੂਰੀ ਹੈ। ਪਰ ਦੂਜੇ ਪਾਸੇ ਸਿੱਖ ਧਰਮ ਵਿੱਚ ਜੋ ਮਰਜ਼ੀ ਖਾ, ਜੋ ਮਰਜ਼ੀ ਪੀ ਤੇ ਭਾਵੇਂ 50 ਵਿਆਹ ਕਰਵਾ। ਧਾਰਮਿਕ ਤੌਰ ਤੇ ਕੋਈ ਪਾਬੰਦੀ ਨਹੀਂ। ਜੇਬ ਵਿੱਚ ਪੈਸੇ ਹੋਣੇ ਚਾਹੀਦੇ ਹਨ। ਸਰੀਰ ਨਾਲੋਂ ਕੋਈ ਚੀਜ਼ ਕੱਟਣੀ ਨਹੀਂ। ਜਿੱਦਾਂ ਦਾ ਮਨੁੱਖ ਪਰਮਾਤਮਾ ਨੇ ਪੈਦਾ ਕੀਤਾ ਹੈ ਉਸੇ ਤਰ੍ਹਾਂ ਦਾ ਹੀ ਰਹਿਣਾ ਹੈ। ਤੇ ਸਭ ਤੋਂ ਵੱਧ ਚੰਗੀ ਗੱਲ ਇਹ ਹੈ ਕਿ ਤੰਬਾਕੂ ਵਰਗੀ ਲਾਹਨਤ ਤੋਂ ਛੁਟਕਾਰਾ ਮਿਲਿਆ ਰਹਿੰਦਾ ਹੈ। ਪਰ ਹੁਣ ਆਪਣੇ ਆਪ ਨੂੰ ਧਾਰਮਿਕ ਅਖਵਾਉਣ ਵਾਲੇ ਲੋਕ ਹੀ ਸਧਾਰਨ ਸਿੱਖਾਂ ਨੂੰ ਗੁੰਮਰਾਹ ਕਰੀ ਜਾਂਦੇ ਹਨ। ਵੈਸੇ ਜਿੰਨੀ ਆਜ਼ਾਦੀ ਸਿੱਖ ਧਰਮ ਵਿੱਚ ਹੈ ਹੋਰ ਕਿਸੇ ਵਿੱਚ ਵੀ ਨਹੀਂ। ਪਰ ਸਾਧਾਂ ਨੇ ਬ੍ਰਾਹਮਣਾਂ ਦੇ ਢਹੇ ਚੜ੍ਹ ਕੇ ਸਿੱਖ ਤੇ ਇੰਨੀਆਂ ਪਾਬੰਦੀਆਂ ਠੋਸ ਦਿੱਤੀਆਂ ਹਨ। ਪਰ ਸਾਧਾਂ ਨੇ ਬ੍ਰਾਹਮਣਾਂ ਦੇ ਢਹੇ ਚੜ੍ਹ ਕੇ ਸਿੱਖ ਤੇ ਇੰਨੀਆਂ ਪਾਬੰਦੀਆਂ ਠੋਕ ਦਿੱਤੀਆਂ ਹਨ ਤੇ ਉਹਨਾਂ ਦੀ ਪਾਲਣਾ ਕਰਨ ਲਈ ਇੰਨਾ ਪ੍ਰਚਾਰ ਕਰ ਦਿੱਤਾ ਹੈ ਕਿ ਉਸ ਵਿੱਚੋਂ ਸਿੱਖੀ ਦਾ ਤੰਤ ਹੀ ਖਤਮ ਹੋ ਗਿਆ ਹੈ। ਹੁਣ ਉਹ ਸਾਧਾਂ ਦੇ ਆਖੇ ਲੱਗ ਕੇ ਸਿੱਖ ਰੂਪ ਵਿੱਚ ਹੁੰਦਾ ਹੋਇਆ ਵੀ ਹਿੰਦੂ ਧਰਮ ਵਿੱਚ ਵਿਲੀਨ ਹੋ ਗਿਆ ਹੈ। ਇਹੋ ਹੀ ਸਿੱਖ ਦਾ ਨਿਕਲਿਆ ਜਾਣਾ ਹੈ। ਜਿਵੇਂ ਲੂਣ ਦੀ ਖਾਣ ਵਿੱਚ ਡਿੱਗੀ ਹੋਈ ਚੀਜ਼ ਵੀ ਲੂਣ ਬਣ ਜਾਂਦੀ ਹੈ, ਉਹ ਹਾਲ ਹੀ ਸਿੱਖ ਦਾ ਹੋਇਆ ਹੈ। ਹਿੰਦੂ ਰੂਪੀ ਖਾਣ ਵਿੱਚ ਡਿੱਗ ਕੇ ਉਹ ਹਿੰਦੂ ਬਣ ਗਿਆ ਹੈ। ਨਹੀਂ ਤਾਂ ਕੋਈ ਦੱਸੇ ਕਿ ਸੰਸਾਰ ਵਿੱਚ ਕਿਹੜੀ ਚੀਜ਼ ਚੰਗੀ ਹੈ ਤੇ ਕਿਹੜੀ ਮਾੜੀ। ਬਾਰੇ ਸਾਰੀ ਸੇਧ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਨਹੀਂ ਤਾਂ ਕੋਈ ਦੱਸੇ ਕਿ ਸੰਸਾਰ ਵਿੱਚ ਕਿਹੜੀ ਚੀਜ਼ ਚੰਗੀ ਹੈ ਤੇ ਕਿਹੜੀ ਮਾੜੀ। ਬਾਰੇ ਸਾਰੀ ਸੇਧ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਇਹਨਾਂ ਸਾਧਾਂ ਕੋਲ ਕੀ ਹੈ? ਪਰ ਜੇ ਭੋਲੂ ਸਿੱਖ ਇਹਨਾਂ ਦੀ ਬਕ-ਬਕ ਨਾ ਸੁਣੇ ਤਾਂ ਇਹ ਵੀ ਕਿਹਨੂੰ ਸੁਣਾਉਣ। ਸਿਰਲੇਖ ਦੋ ਮੂੰਹਾਂ ਵਾਲਾ ਬਿੱਲਾ। ਇੱਕ ਦਿਨ ਇੱਕ ਬੱਚਾ ਆਪਣੇ ਘਰ ਦੀਆਂ ਪੌੜੀਆਂ ਤੇ ਅੱਧ ਵਿੱਚ ਬੈਠਾ ਥੱਲੇ ਨਾ ਉਤਰੇ। ਬੱਚੇ ਨੂੰ ਬਥੇਰਾ ਡਰਾਇਆ ਪਰ ਉਹ ਥੱਲੇ ਨਾ ਆਵੇ। ਪੌੜੀਆਂ ਵਿੱਚ ਬੈਠਾ ਹੀ ਜਿੱਦ ਕਰੀ ਜਾਵੇ। ਉਹਨੇ ਚਿਰ ਨੂੰ ਉਸ ਬੱਚੇ ਦੀ ਭੂਆ ਆਈ। ਉਹਨੇ ਬੱਚੇ ਨੂੰ ਕਿਹਾ ਛੇਤੀ ਥੱਲੇ ਉਤਰ, ਆ 2 ਮੂੰਹਾਂ ਵਾਲਾ ਬਿੱਲਾ ਆ ਗਿਆ ਈ। ਬੱਚੇ ਨੇ ਡਾਡਾਂ ਛੱਡ ਦਿੱਤੀਆਂ ਤੇ ਭੱਜ ਕੇ ਥੱਲੇ ਉਤਰ ਆਇਆ। ਭਾਰਤ ਸਰਕਾਰ ਕੋਲ ਸਿੱਖਾਂ ਨੂੰ ਡਰਾਉਣ ਲਈ ਬੜਾ ਵਧੀਆ ਤਰੀਕਾ ਹੈ। ਜਿਹੜਾ ਲੀਡਰ ਆਖੇ ਨਾ ਲੱਗੇ ਉਹ ਫਟ ਕਹਿ ਦਿੰਦੇ ਹਨ ਇਹਦੇ ਅੱਤਵਾਦੀਆਂ ਨਾਲ ਸੰਬੰਧ ਹਨ। ਬਸ ਫੇਰ ਕੀ, ਵਿਚਾਰਾ ਸਾਰੀਆਂ ਹੋਰ ਗੱਲਾਂ ਭੁੱਲ ਕੇ ਹਰ ਸਟੇਜ ਤੇ ਇਹੋ ਹੀ ਭਾਸ਼ਣ ਕਰਦਾ ਹੈ, ਮੇਰੇ ਤੇ ਚਿੱਕੜ ਸੁੱਟਿਆ ਗਿਆ ਹੈ, ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਗਈ ਹੈ, ਮੈਨੂੰ ਝੂਠਾ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਹਿੰਦੂ ਵੀਰਾਂ ਦੇ ਮਨਾਂ ਵਿੱਚ ਮੇਰੇ ਪ੍ਰਤੀ ਨਫ਼ਰਤ ਪੈਦਾ ਕਰਨ ਲਈ ਇਹ ਇਲਜ਼ਾਮ ਲਾਇਆ ਗਿਆ ਹੈ, ਵਗੈਰਾ ਵਗੈਰਾ। ਪਿੱਛੇ ਜਿਹੇ ਪ੍ਰਕਾਸ਼ ਸਿੰਘ ਬਾਦਲ ਨੇ ਭਾਈ ਰਣਜੀਤ ਸਿੰਘ ਜਥੇਦਾਰ ਅਕਾਲ ਤਖਤ ਤੇ ਸਰਦਾਰ ਗੁਰਬਚਨ ਸਿੰਘ ਟੌੜਾ ਤੇ ਇਹੀ ਇਲਜ਼ਾਮ ਲਾਇਆ ਤਾਂ ਦੋਹਾਂ ਨੂੰ 20 ਦਿਨ ਹੋਰ ਕੁਝ ਨਹੀਂ ਸੁੱਝਿਆ ਸਿਵਾਏ ਆਪਣੀ ਸਫਾਈ ਦੇਣ ਦੀ।
ਸਿੱਖ ਹੁਣ ਜਿੰਨੇ ਮਰਜ਼ੀ ਪੇਮੀ ਦੇ ਨਿਆਣੇ ਬਣੀ ਜਾਣ, ਭਾਵੇਂ ਜਿੰਨੇ ਮਰਜ਼ੀ ਬੀਬੇ ਪੁੱਤ ਬਣਨ ਦੀ ਕੋਸ਼ਿਸ਼ ਕਰਨ, ਜਿੰਨੀਆਂ ਮਰਜ਼ੀ ਸਹੁੰਆਂ ਖਾਈ ਜਾਣ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖਲੋ ਕੇ ਸਹੁੰ ਖਾ ਕੇ ਕਹਿਣ ਕਿ ਮੈਂ ਦੇਸ਼ ਦਾ ਵਫਾਦਾਰ ਹਾਂ। ਗੁਰੂ ਗ੍ਰੰਥ ਸਾਹਿਬ ਦੀ ਸਹੁੰ ਹੀ ਨਹੀਂ, 10 ਗੁਰੂ ਸਾਹਿਬਾਨ ਸਿਰ ਤੇ ਚੁੱਕ ਕੇ ਵੀ ਸਹੁੰ ਖਾਣ ਕਿ ਅਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਮੁੱਦਈ ਹਾਂ, ਤਦ ਵੀ ਕਿਸੇ ਨੇ ਮੰਨਣਾ ਨਹੀਂ। ਸਟੇਜ ਤੇ ਮੈਂ ਕਈ ਵਾਰ ਵੇਖਿਆ ਹੈ ਕਿ ਕੋਈ ਸਿੱਖ ਲੀਡਰ ਬਹੁਤ ਹੀ ਜਜ਼ਬਾਤੀ ਤੇ ਧੂਏਂਧਾਰ ਭਾਸ਼ਣ ਕਰਦਾ ਕਰਦਾ ਇੱਕਦਮ ਕਾਂਟਾ ਬਦਲ ਦਿੰਦਾ ਤੇ ਹਿੰਦੂ ਸਿੱਖ ਏਕਤਾ, ਦੇਸ਼ ਪਿਆਰ ਦੀਆਂ ਗੱਲਾਂ ਕਰਨ ਲੱਗ ਪੈਂਦਾ। ਪਹਿਲਾਂ ਪਹਿਲ ਇਹ ਦੇਖ ਕੇ ਮੈਨੂੰ ਹੈਰਾਨੀ ਹੁੰਦੀ, ਪਰ ਬਾਅਦ ਵਿੱਚ ਮੈਨੂੰ ਬੜਾ ਤਜਰਬਾ ਹੋ ਗਿਆ ਕਿ ਜ਼ਰੂਰ ਕੋਈ ਹਿੰਦੂ ਜਾਂ ਮੋਨਾ ਸਿੱਖ ਸਿਰ ਤੇ ਰੁਮਾਲ ਬੰਨ੍ਹ ਕੇ ਆਇਆ ਹੋਣਾ ਹੈ। ਤੇ ਉਹ ਗੱਲ ਠੀਕ ਵੀ ਨਿਕਲਦੀ। ਜਦੋਂ ਮੈਂ MLA ਦੀ ਚੋਣ ਲੜ ਰਿਹਾ ਸਾਂ ਤਾਂ ਇੱਕ ਲੀਡਰ ਇੱਕ ਗੁਰਦੁਆਰੇ ਦੇ ਹਾਲ ਵਿੱਚ ਬੜਾ ਧੂਏਂਧਾਰ ਭਾਸ਼ਣ ਦਿੰਦਾ ਇੱਕਦਮ ਹਿੰਦੂ ਸਿੱਖ ਏਕਤਾ ਦੇ ਉੱਤਰ ਆਇਆ ਤਾਂ ਮੈਂ ਦਰਵਾਜ਼ੇ ਵੱਲ ਨਿਗਾਹ ਮਾਰੀ। ਹਾਲ ਦੇ ਦਰਵਾਜ਼ੇ ਦੇ ਬਾਹਰ 2 ਮੋਨੇ ਮੁੰਡੇ, ਇੱਕ ਜੱਟ ਸਿੱਖ ਤਹਿਸੀਲਦਾਰ ਦੇ ਮੁੰਡੇ ਜੋੜੇ ਲਾ ਰਹੇ ਸਨ। ਉਹ ਅਜੇ ਅੰਦਰ ਵੀ ਨਹੀਂ ਸੀ ਆਏ ਤੇ ਇਹ ਹਾਲ ਹੋ ਗਿਆ ਸੀ। ਉਸ ਅਕਾਲੀ ਜਥੇਦਾਰ ਦਾ ਮੇਰਾ ਹਾਸਾ ਨਿਕਲ ਗਿਆ ਤੇ ਮੈਂ ਕਿਹਾ, ਜਥੇਦਾਰ ਜੀ ਦੱਬੀ ਚੱਲ, ਇਹ ਆਪਣੇ ਹੀ ਮੁੰਡੇ ਆ, ਆਪਣੇ ਤਹਿਸੀਲਦਾਰ ਸਾਹਿਬ ਦੇ ਬੇਟੇ ਐ, ਹਿੰਦੂ ਨਹੀਂ। ਹਾਲ ਵਿੱਚ ਬੈਠੇ ਲੋਕ ਹੱਸ ਪਏ। ਜਥੇਦਾਰ ਸ਼ਰਮਿੰਦਾ ਹੋਇਆ ਆਖੇ, ਉਹ ਮੈਂ ਕਿਹਾ ਚੋਣਾਂ ਦਾ ਕੰਮ ਏ, ਵੋਟਾਂ ਜੂ ਲੈਣੀਆਂ ਹੋਈਆਂ। ਇੱਕ ਹੋਰ ਬੰਦਾ ਉੱਠਿਆ, ਉਸਨੇ ਕਿਹਾ, ਜਿਹੜਾ ਚੋਣ ਲੜ ਰਿਹਾ ਹੈ ਉਹ ਤਾਂ ਡਰਦਾ ਨਹੀਂ, ਤੁਸੀਂ ਐਵੇਂ ਹੀ ਸਾਹੋ ਸਾਹ ਹੋ ਗਏ ਹੋ। ਲੋਕ ਫਿਰ ਹੱਸੇ। ਉਸ ਜਥੇਦਾਰ ਨੇ ਜੋ ਇੱਕ ਰਵਾਇਤੀ ਅਕਾਲੀ ਸੀ, ਆਪਣਾ ਅੱਛਾ ਖਾਸਾ ਮਜ਼ਾਕ ਬਣਵਾ ਲਿਆ। ਕਈ ਸਿੱਖ ਚੌੜੇ ਗਾਤਰੇ ਉੱਤੇ ਸਤਨਾਮ ਵਾਹਿਗੁਰੂ ਤਿੱਲੇ ਨਾਲ ਕੱਢਿਆ ਹੋਇਆ ਤੇਲ ਲੱਗੀ ਲੰਮੀ ਦਾੜੀ ਲੈ ਕੇ ਗੁਰਦੁਆਰਿਆਂ ਵਿੱਚ ਭਾਸ਼ਣ ਕਰਦੇ ਹਨ। ਸਾਨੂੰ ਅੱਤਵਾਦੀ ਆਖਦੇ ਨੇ। ਅਸੀਂ ਭਾਰਤ ਦੇ ਤੇ ਭਾਰਤ ਸਾਡਾ, ਹਿੰਦੂ ਸਾਡੇ ਵੀਰ ਨੇ, ਨਹੁੰ ਨਾਲੋਂ ਕਦੇ ਮਾਸ ਟੁੱਟਾ ਹੈ। ਇਸੇ ਤਰ੍ਹਾਂ ਦਾ ਮੇਰਾ ਵਾਹ ਇੱਕ ਗੁਰਦੁਆਰੇ ਵਿੱਚ ਪਿਆ। ਇੱਕ ਉਪਰੋਕਤ ਕਿਸਮ ਦਾ ਸਿੱਖ ਦਕੋਹੇ ਦੇ ਗੁਰਦੁਆਰੇ ਵਿੱਚ ਬੋਲਣੋਂ ਹਟੇ ਹੀ ਨਾ। ਸਟੇਜ ਸਕੱਤਰ ਨੇ 3-4 ਵਾਰ ਉਹਦਾ ਪਜਾਮਾ ਖਿੱਚਿਆ। ਉਹ ਮਾੜੀ ਜਿਹੀ ਧੌਣ ਘੁਮਾ ਕੇ ਆਖੇ, ਨਾ ਉਹ ਮਾੜੀ ਜਿਹੀ ਧੌਣ ਘੁਮਾ ਕੇ ਆਪਣੀ ਪੈਰ ਦੀ ਅੱਡੀ ਵੱਲ ਵੇਖ ਲਵੇ ਤੇ ਫਿਰ ਭਾਸ਼ਣ ਸ਼ੁਰੂ ਕਰ ਦੇਵੇ। ਅਖੀਰ ਉਸ ਨੂੰ ਮਸਾਂ ਹੀ ਬਿਠਾਇਆ। ਮੈਂ ਉਸ ਬੰਦੇ ਵੱਲ ਹੱਥ ਕਰਕੇ ਕਿਹਾ, ਇਸ ਸਰਦਾਰ ਸਾਹਿਬ ਨੂੰ ਭੁਲੇਖਾ ਹੈ ਕਿ ਇਹਨਾਂ ਨੂੰ ਕੋਈ ਅੱਤਵਾਦੀ ਕਹਿੰਦਾ ਹੈ। ਨਹੀਂ ਸਰਦਾਰ ਜੀ, ਤੁਹਾਨੂੰ ਕੋਈ ਹਿੰਦੂ ਅੱਤਵਾਦੀ ਨਹੀਂ ਕਹਿੰਦਾ। ਤੁਹਾਡੀ ਤਿੱਲੇਦਾਰ ਕਿਰਪਾਨ ਇਸ ਗੱਲ ਦੀ ਗਵਾਹ ਹੈ। ਤੇ ਨਾਲੇ ਤੁਸੀਂ ਜਿੰਨਾ ਮਰਜ਼ੀ ਭਾਰਤ ਦੇ ਬਣੀ ਜਾਓ, ਅਗਲੇ ਤੁਹਾਨੂੰ ਭਾਰਤੀ ਨਹੀਂ ਮੰਨਦੇ। ਉਹ ਕਿਵੇਂ? ਉਸਨੇ ਖੜੇ ਹੋ ਕੇ ਪੁੱਛਿਆ। ਜੇ ਤੁਸੀਂ 1984 ਵਿੱਚ ਦਿੱਲੀ, ਕਾਨਪੁਰ ਜਾਂ ਬੁਕਾਰੋ ਹੁੰਦੇ ਤਾਂ ਤੁਹਾਡਾ ਨੰਬਰ ਦੂਜਿਆਂ ਨਾਲੋਂ ਪਹਿਲਾਂ ਲੱਗਣਾ ਸੀ। ਬਹਿ ਜਾਓ, ਛੱਡੋ ਇਹਨਾਂ ਗੱਲਾਂ ਨੂੰ। ਇਹ ਸੁਣ ਕੇ ਉਹ ਕੁਝ ਨਾ ਕੁਸਕਿਆ ਤੇ ਚੁੱਪਚਾਪ ਬਹਿ ਗਿਆ। ਜਦੋਂ ਕਿ ਦੂਜੇ ਪਾਸੇ ਪ੍ਰੈਸ ਵਾਲਿਆਂ ਨੇ ਹਿੰਦੂ शिव सेना ਦੇ बाल ठाकरे ने पूछा, आप मुसलमानों और ईसाइयों को देश से बाहर निकाल देना चाहते हैं? उसने कहा, इसमें क्या शक है, अगर वो अपना भारतीकरण नहीं करते तो ऐसा होगा ही। टीवी ते गलबात करदियां ਉਹਦੇ ਚਿਹਰੇ ਦੇ ਰੱਤੀ ਪਰ ਇਹ ਭਾਵ ਨਹੀਂ ਉੱਭਰੇ ਕਿ ਉਹ ਘੱਟ ਗਿਣਤੀਆਂ ਨੂੰ ਧਮਕਾ ਰਿਹਾ ਹੈ ਤੇ ਇਸ ਦਾ ਨਤੀਜਾ ਇਹ ਵੀ ਹੋ ਸਕਦਾ ਹੈ ਕਿ ਦੇਸ਼ ਵਿੱਚ ਅੱਗ ਤੇ ਭਾਂਬੜ ਬਲ ਪੈਣ। ਪਰ ਉਹ ਬਿਲਕੁਲ ਆਪਣੀ ਗੱਲ ਤੇ ਦ੍ਰਿੜ ਸੀ। ਸਾਡੇ ਸਿੱਖ ਤੇ ਮੁਸਲਮਾਨ, ਈਸਾਈ ਲੀਡਰ ਕੁਝ ਕਰ ਵੀ ਨਹੀਂ ਰਹੇ ਹੁੰਦੇ, ਫਿਰ ਵੀ ਸਫਾਈਆਂ ਦੇ ਦੇ ਕੇ ਥੱਕ ਜਾਂਦੇ ਹਨ। शिव सेना ਨੇ ਮੁੰਬਾ ਦੇਵੀ ਦੇ ਨਾਂ ਤੇ ਬੰਬਈ ਦਾ ਨਾਂ ਮੁੰਬਈ ਰੱਖ ਦਿੱਤਾ ਹੈ।
ਤੇ ਸ਼ਹਿਰ ਦੀ ਕਾਰਪੋਰੇਸ਼ਨ ਨੂੰ ਹਰੇ ਰੰਗ ਦੀ ਵਰਤੋਂ ਕਰਨ ਦੀ ਮਨਾਹੀ ਕਰ ਦਿੱਤੀ ਹੈ। ਬਾਲ ਠਾਕਰੇ ਨੇ ਇੱਕ ਵਾਰ ਆਬਜ਼ਰਵਰ ਲੰਡਨ ਅਖਬਾਰ ਨੂੰ ਇੱਕ ਇੰਟਰਵਿਊ ਵਿੱਚ ਕਿਹਾ ਸੀ, ਮੈਂ ਨਹੀਂ ਚਾਹੁੰਦਾ ਕਿ ਭਾਰਤ ਪਾਕ ਮੈਚ ਖੇਡੇ ਜਾਣ ਤੇ ਪਾਕ ਦੇ ਜਿੱਤ ਜਾਣ ਤੇ ਮੁਸਲਮਾਨ ਦੀਪਮਾਲਾ ਕਰਨ ਤੇ ਚਾਂਬਣਾ ਪਾਉਣ। ਮੈਂ ਭਾਰਤ ਦੇ ਹਾਰ ਜਾਣ ਤੇ ਮੁਸਲਮਾਨਾਂ ਦੀਆਂ ਅੱਖਾਂ ਵਿੱਚ ਹੰਝੂ ਵੇਖਣਾ ਚਾਹੁੰਦਾ ਹਾਂ। ਬੰਬਈ ਦੀ ਕੁੱਲ ਵਸੋਂ ਦੀ ਮੁਸਲਮਾਨ ਆਬਾਦੀ 20% ਹੈ। ਸ਼ਿਵ ਸੈਨਾ ਵੀ ਰਾਸ਼ਟਰੀ ਸਿੱਖ ਸੰਗਤ ਦੀ ਭੈਣ ਹੈ ਤੇ ਸੰਘ ਪਰਿਵਾਰ ਦਾ ਇੱਕ ਪਰਿਵਾਰਕ ਮੈਂਬਰ ਹੈ। ਇਹ ਸੰਘ ਪਰਿਵਾਰ ਇੱਕ ਗੱਲ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ ਕਿ ਦੁਸ਼ਮਣ ਬਣ ਕੇ ਇਹ ਸਿੱਖਾਂ ਨੂੰ ਅੰਮ੍ਰਿਤ ਨਹੀਂ ਪਿਆ ਸਕਦੇ, ਪਰ ਦੋਸਤ ਬਣ ਕੇ ਜ਼ਹਿਰ ਵੀ ਦੇ ਸਕਦੇ ਹਨ। ਇਸੇ ਲਈ ਹੀ ਇਹਨਾਂ ਨੇ ਪਹਿਲਾਂ ਖਹਿਬਾਜ਼ੀ ਵਾਲਾ ਤਰੀਕਾ ਛੱਡ ਕੇ ਨਿਮਰਤਾ ਤੇ ਭਾਈਚਾਰੇ ਵਾਲਾ ਖਚਰਾ ਰਾਹ ਚੁਣਿਆ ਹੈ। ਇਸ ਰਸਤੇ ਤੇ ਚੱਲ ਕੇ ਇਹਨਾਂ ਨੂੰ ਕਾਮਯਾਬੀ ਮਿਲੀ ਹੀ ਹੈ ਜਾਂ ਮਿਲਣੀ ਹੈ। ਸਿੱਖਾਂ ਨੇ ਬਹੁਤ ਲੰਮਾ ਸੰਘਰਸ਼ ਲੜਿਆ, ਜਿਸ ਦਾ ਕੋਈ ਉਸਾਰੂ ਸਿੱਟਾ ਨਹੀਂ ਨਿਕਲਿਆ। ਲੁੱਡੋ ਦੀ ਖੇਡ ਵਾਂਗ ਉੱਪਰ ਗਈ ਹੋਈ ਗੀਟੀ ਫਿਰ ਸੱਪ ਦੀ ਪੂਛ ਤੇ ਆ ਗਈ ਹੈ। ਇਸ ਨਾਕਾਮਯਾਬੀ ਨੇ ਸਿੱਖਾਂ ਦਾ ਲੱਕ ਤੋੜ ਦਿੱਤਾ ਹੈ ਤੇ ਨਾਕਾਮਯਾਬੀ ਬੰਦੇ ਨੂੰ ਬੁਖਲਾ ਦਿੰਦੀ ਹੈ। ਅਸਲ ਵਿੱਚ ਸਿੱਖ ਹੁਣ ਹੰਬ ਗਿਆ ਹੈ। ਥੱਕਿਆ ਹੋਇਆ ਸਰੀਰ ਤਾਂ ਕੁਝ ਚਿਰ ਆਰਾਮ ਕਰ ਲੈਣ ਤੋਂ ਬਾਅਦ 9/9 ਹੋ ਜਾਂਦਾ ਹੈ, ਪਰ ਹੰਬਿਆ ਬੰਦਾ ਮੁੜ ਕੇ ਨਹੀਂ ਉੱਠ ਸਕਦਾ। ਸਰੀਰ ਥਕਾਵਟ ਨਾਲੋਂ ਵੀ ਉਸ ਨੂੰ ਮਾਨਸਿਕ ਥਕਾਵਟ ਜ਼ਿਆਦਾ ਹੁੰਦੀ ਹੈ, ਜਿਹੜੀ ਉਸ ਨੂੰ ਮੁੜ ਕੇ ਤਾਬਿਆ ਨਹੀਂ ਆਉਣ ਦਿੰਦੀ। ਸਿੱਖਾਂ ਨੂੰ ਕੁਝ ਤੇ ਰਾਜਨੀਤਿਕ ਪਾਰਟੀਆਂ ਨੇ ਹੰਭਾਇਆ ਤੇ ਕੁਝ ਸਾਧ ਸੰਤਾਂ ਨੇ। ਚਲੋ ਗੁਰੂ ਕੀ ਵਡਾਲੀ ਤੋਂ ਗੁਰੂ ਕੀ ਕਾਂਚੀ, ਚਲੋ ਲੁਧਿਆਣੇ ਤੋਂ ਸੁਲਤਾਨਪੁਰ ਲੋਧੀ, ਚਲੋ ਸੁਲਤਾਨਪੁਰ ਲੋਧੀ ਤੋਂ ਬਟਾਲਾ। ਇਸੇ ਤਰ੍ਹਾਂ ਹੀ ਰਾਜਨੀਤਿਕ ਪਾਰਟੀਆਂ ਕਹਿੰਦੀਆਂ ਹਨ, ਚਲੋ ਜੇਲ੍ਹ ਭਰੋ, ਚਲੋ ਵਿਰੋਧ ਮਾਰਚ ਲਈ ਦਿੱਲੀ, ਚਲੋ ਚੰਡੀਗੜ੍ਹ। ਇਸੇ ਬੁਖਲਾਹਟ ਦੀ ਦਬੜੂ ਘੁਸੜੂ ਵਿੱਚ ਹੀ ਹਿੰਦੂ ਨੀਤੀ ਸਫਲ ਹੋ ਰਹੀ ਹੈ। ਕਹਿੰਦੇ ਹਨ, ਤਲਵਾਰ ਦੀ ਧਾਰ ਭਾਵੇਂ ਜਿੰਨੀ ਮਰਜ਼ੀ ਤਿੱਖੀ ਹੋਵੇ, ਮਿਆਨ ਨੂੰ ਨਹੀਂ ਕੱਟਦੀ। ਅੱਗੇ ਪਏ ਨੂੰ ਸ਼ੇਰ ਨਹੀਂ ਖਾਂਦਾ। ਸਿੱਖਾਂ ਦੇ ਇਸ ਸੁਭਾਅ ਨੂੰ ਪੰਜਾਬੀ ਹਿੰਦੂ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ। ਕਹਿੰਦੇ ਹਨ, ਸੱਪ ਦਾ ਡੰਗਿਆ ਬੰਦਾ ਸਿਰਫ ਮਰਦਾ ਹੈ, ਪਰ ਬਿੱਛੂ ਦਾ ਡੰਗਿਆ ਮਰੇ ਭਾਵੇਂ ਨਾ, ਪਰ ਤੜਫਦਾ ਬਹੁਤ ਹੈ। ਸਿੱਖ ਵੀ ਬਹੁਤ ਤੜਫ ਰਹੇ ਹਨ। ਜਦੋਂ ਦਾ ਇਹਨਾਂ ਨੂੰ ਇਹ ਪਤਾ ਲੱਗਾ ਹੈ ਕਿ ਅਸੀਂ ਨਾ ਘਰ ਦੇ ਹਾਂ ਤੇ ਨਾ ਘਾਟ ਦੇ। ਇਹ ਸਥਿਤੀ ਸਿਰਫ ਕੁੱਤੇ ਵਾਸਤੇ ਹੀ ਵਰਤੀ ਜਾਂਦੀ ਹੈ, ਕਿਉਂਕਿ ਕੁੱਤਾ ਬਹੁਤ ਹੀ ਨਿਰਭਰਤਾ ਵਾਲਾ ਜਾਨਵਰ ਹੈ। ਵਿਚਾਰੇ ਸਿੱਖ ਵੀ ਬਹੁਤ ਨਿਰਭਰਤਾ ਵਾਲੇ ਹਨ। ਜਿਵੇਂ ਡੱਡੂ ਭਾਵੇਂ ਜਿੰਨੀਆਂ ਮਰਜ਼ੀ ਟਪੂਸੀਆਂ ਮਾਰੇ ਦਰਖਤ ਤੇ ਨਹੀਂ ਚੜ ਸਕਦਾ, ਇਸੇ ਤਰ੍ਹਾਂ ਹੀ ਰਾਸ਼ਟਰੀ ਸਿੱਖ ਸੰਗਤ ਦੀ ਪਕੜ ਵਿੱਚ ਆਇਆ ਹੋਇਆ ਸਿੱਖ ਕੁਝ ਨਹੀਂ ਕਰ ਸਕਦਾ। ਜੱਲਣ ਜੱਟ ਨਾਂ ਦਾ ਇੱਕ ਸੂਫੀ ਫਕੀਰ ਹੋਇਆ ਹੈ। ਜੱਟ ਫਕੀਰਾਂ ਬਾਰੇ ਇਹ ਮਸ਼ਹੂਰ ਸੀ, ਜੱਟ ਫਕੀਰ ਗਲ ਗੰਢਿਆਂ ਦੀ ਮਾਲਾ। ਜੱਟ ਫਕੀਰਾਂ ਬਾਰੇ ਇਹ ਮਸ਼ਹੂਰ ਸੀ, ਜੱਟ ਫਕੀਰ ਗਲ ਗੰਢਿਆਂ ਦੀ ਮਾਲਾ। ਆਮ ਤੌਰ ਤੇ ਜੱਟ ਫਕੀਰੀ ਭੋਗ ਕੇ ਵੀ ਬੁੱਢੇ ਬਾਰੇ ਆਪਣੇ ਪੁੱਤਾਂ ਪੋਤਰਿਆਂ ਵਿੱਚ ਮੁੜ ਆਉਂਦਾ ਹੈ, ਪਰ ਜੱਲਣ ਜੱਟ ਸੱਚਮੁੱਚ ਦਾ ਹੀ ਫਕੀਰ ਸੀ। ਉਹਦੀਆਂ ਕਹੀਆਂ ਹੋਈਆਂ ਜਟਕੀਆਂ ਗੱਲਾਂ ਪੰਜਾਬੀ ਦੇ ਹਿਰਦੇ ਵਿੱਚ ਧੁਰ ਥੱਲੇ ਤੱਕ ਪਹੁੰਚ ਜਾਂਦੀਆਂ ਹਨ। ਕਹਿੰਦੇ ਹਨ, ਇੱਕ ਵਾਰ ਇੱਕ ਨਵੀਂ ਵਿਧਵਾ ਹੋਈ ਪੰਜਾਬੀ ਮੁਟਿਆਰ ਆਪਣੇ ਭਵਿੱਖ ਤੋਂ ਬੜੀ ਚਿੰਤਤ ਸੀ। ਉਸਨੇ ਇੱਕ ਦਿਨ ਜੱਲਣ ਜੱਟ ਅੱਗੇ ਜਾ ਮੱਥਾ ਟੇਕਿਆ ਤੇ ਹੱਥ ਜੋੜ ਕੇ ਪੁੱਛਣ ਲੱਗੀ, ਬਾਬਾ ਜੀ ਮੇਰੀ ਕਿਵੇਂ ਲੰਘੇਗੀ? ਜੱਲਣ ਜੱਟ ਨੇ ਕਿਹਾ, ਬੀਬਾ ਜੇ ਖਾਵੇਂਗੀ ਰੁੱਖਾ ਮਿੱਸਾ, ਪਹਿਨੇਗੀ ਖੱਦਰ ਮੋਟਾ, ਅੱਗੇ ਚਰਖਾ ਪਿੱਛੇ ਕੰਧ ਤੇ ਜਾਊਗੀ ਲੰਘ। ਖਾਵੇਂਗੀ ਜੇ ਦੁੱਧ ਮਲਾਈਆਂ, ਪਹਿਨੇਗੀ ਰੇਸ਼ਮ ਦੇ ਪੱਟ, ਪਹਿਨੇਗੀ ਰੇਸ਼ਮ ਤੇ ਪੱਟ, ਕੀ ਕਰੂ ਫਿਰ ਜੱਲਣ ਜੱਟ। ਸਤਿਗੁਰਾਂ ਨੇ ਕਿਹਾ, ਰਹਿਣੀ ਰਹੇ ਸੋਈ ਸਿੱਖ ਮੇਰਾ। ਅੱਗੇ ਉਹਨਾਂ ਕਿਹਾ, ਜਬ ਇਹ ਗਹੇ ਵਿਪਰਨ ਕੀ ਰੀਤ, ਭਾਵ ਬ੍ਰਾਹਮਣ ਦੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਹੁਣ ਜੇ ਸਤਿਗੁਰੂ ਮਾਤ ਲੋਕ ਦੇ ਸਿੱਖਾਂ ਵੱਲ ਧਿਆਨ ਮਾਰਦੇ ਹਨ
ਤਾਂ ਕਿਸੇ ਸਿੱਖ ਦੀ ਦਾੜੀ ਕੇਸ ਹੈ ਨਹੀਂ, ਕਿਸੇ ਬੀਬੀ ਦੇ ਭਰਵੱਟੇ ਹੈ ਨਹੀਂ, ਤੇ ਸਰੀਰ ਤੇ ਬਾਕੀ ਰੋਮ ਹੈ ਨਹੀਂ। ਸਿੱਖ ਝੂਠ ਵੀ ਰੱਜ ਕੇ ਬੋਲਦੇ ਹਨ ਤੇ ਕਿਸੇ ਨਾਲ ਛਲ ਕਰਨ ਲੱਗੇ ਵੀ ਹੱਦਾਂ ਬੰਨੇ ਟੱਪ ਜਾਂਦੇ ਹਨ। ਜਿਹੜੀ ਗੱਲ ਵੀ ਉਹਨਾਂ ਕਰਨੋਂ ਵਰਜੀ ਸੀ ਉਹ ਜ਼ਰੂਰ ਹੀ ਕਰਦੇ ਹਨ। ਜੇ ਸਿੱਖਾਂ ਨੇ ਗੁਰੂ ਦੇ ਆਖੇ ਲੱਗ ਕੇ ਨਹੀਂ ਚੱਲਣਾ ਤਾਂ ਗੁਰੂ ਨੇ ਵੀ ਇਹਨਾਂ ਸਿੱਖਾਂ ਦਾ ਕਾਹਦਾ ਫਿਕਰ ਕਰਨਾ ਸੀ। ਨਤੀਜਾ ਤਾਂ ਇੱਥੇ ਵੀ ਜੱਲਣ ਜੱਟ ਵਾਲਾ ਹੀ ਨਿਕਲਣਾ ਸੀ, ਸੋ ਨਿਕਲ ਰਿਹਾ ਹੈ ਤੇ ਸਿੱਖ ਅੱਜ ਅਜਗਰ ਦੇ ਮੂੰਹ ਵਿੱਚ ਹੈ। ਸਿਰਲੇਖ ਸਿੱਖ ਸੰਗਤ ਕੇ ਭੇਡਾਂ। ਪੰਜਾਬ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਸੀ, ਅੱਜ ਉੱਥੇ ਨਾ ਹੀ ਕੋਈ ਸਿੱਖ ਹੈ ਤੇ ਨਾ ਹੀ ਸਿੱਖੀ। ਜਾਂ ਤਾਂ ਗੁਰਦੁਆਰੇ ਹੀ ਗੁਰਦੁਆਰੇ ਹਨ ਤੇ ਹਰ ਛੋਟੇ ਮੋਟੇ ਪਿੰਡ ਵਿੱਚ ਵੀ 3-3 4-4 ਗੁਰਦੁਆਰੇ ਹਨ, ਤੇ ਜਾਂ ਪਖੰਡੀ ਸਾਧ ਹਨ, ਤੇ ਜਾਂ ਫਿਰ ਕੰਨ ਰਸ ਦੀ ਮਾਰੀ ਹੋਈ ਪਖੰਡੀ ਸਾਧ ਸੰਗਤ ਹੈ। ਜਿਸ ਦਾ ਸਿੱਖੀ ਨਾਲ ਦੂਰ ਨੇੜੇ ਦਾ ਵੀ ਸੰਬੰਧ ਨਹੀਂ ਰਿਹਾ। ਜੇ ਕੁਝ ਸਿੱਖੀ ਦਰਦ ਵਾਲੇ ਹਨ ਤਾਂ ਉਹਨਾਂ ਦੀ ਨਕਾਰਖਾਨੇ ਵਿੱਚ ਤੂਤੀ ਵਰਗੀ ਹਾਲਤ ਹੈ। ਜੇ ਸਿੱਖੀ ਹੁੰਦੀ ਤਾਂ ਪੂਰੇ ਪਿੰਡ ਦੇ ਸਾਹਮਣੇ ਕਿਸੇ ਨਿਰਦੋਸ਼ ਬੱਚੇ ਨੂੰ ਉਸ ਦੇ ਮਾਤਾ ਪਿਤਾ ਤੇ ਭੈਣਾਂ ਭਰਾਵਾਂ ਦੇ ਸਾਹਮਣੇ ਵਿਲਕਦਿਆਂ ਕੋਲੋਂ ਪੁਲਿਸ ਦੇ ਬੁੱਚੜ ਅਫਸਰ ਚੁੱਕ ਕੇ ਲੈ ਜਾਂਦੇ। ਹੱਦ ਹੋ ਗਈ, ਕੋਈ ਸਿੱਖ ਕੁਸਕਿਆ ਤੱਕ ਨਹੀਂ। ਗੁਰੂ ਨਾਨਕ ਮਿਸ਼ਨ ਚੌਂਕ ਜਲੰਧਰ ਦੇ ਗੁਰਦੁਆਰੇ ਵਿੱਚ ਸਵੇਰੇ 7:45 ਵਜੇ ਭੋਗ ਪਿਆ। ਅਰਦਾਸ ਹੋਈ, ਪ੍ਰਸ਼ਾਦ ਵਰਤਾਇਆ ਗਿਆ, ਹੱਥਾਂ ਵਿੱਚ ਪ੍ਰਸ਼ਾਦ ਸਾਂਭਿਆ। ਸੰਗਤ ਨਹੀਂ ਭੇਡਾਂ ਦਾ ਇੱਜੜ ਗੁਰਦੁਆਰਿਓਂ ਬਾਹਰ ਨਿਕਲਿਆ ਤਾਂ ਉਦੋਂ ਹੀ ਪੁਲਿਸ ਨੇ 19-20 ਸਾਲ ਦੇ ਇੱਕ ਸਿੱਖ ਨੌਜਵਾਨ ਦੀ ਹਿੱਕ ਵਿੱਚ ਗੋਲੀਆਂ ਮਾਰੀਆਂ। ਨੌਜਵਾਨ ਸੜਕ ਵਿੱਚ ਡਿੱਗਿਆ ਤੜਫਦਾ ਰਿਹਾ। ਸਾਰੀਆਂ ਭੇਡਾਂ ਉਹਦੇ ਵੱਲ ਵੇਂਦੀਆਂ ਕੋਲੋਂ ਲੰਘ ਕੇ ਘਰਾਂ ਨੂੰ ਚਲੀਆਂ ਗਈਆਂ। ਉਹਨਾਂ ਵਿੱਚ 80-80 ਸਾਲ ਦੇ ਬੁੱਢੇ ਭੇਡੂ ਵੀ ਸਨ ਤੇ ਇੰਨੀ ਉਮਰ ਦੀਆਂ ਬੁੱਢੀਆਂ ਭੇਡਾਂ ਵੀ ਸਨ। ਜੇ ਉਹ ਭੇਡਾਂ ਹੌਸਲਾ ਕਰਕੇ ਉਸ ਤੜਫਦੇ ਨੌਜਵਾਨ ਕੋਲ ਜਾਂਦੀਆਂ, ਉਸ ਮਰਦੇ ਦੇ ਮੂੰਹ ਵਿੱਚ ਪਾਣੀ ਪਾਉਂਦੀਆਂ, ਤਾਂ ਕਿਸੇ ਪੁਲਿਸ ਵਾਲੇ ਦੀ ਉਹਨਾਂ ਨੂੰ ਰੋਕਣ ਦੀ ਹਿੰਮਤ ਨਾ ਹੁੰਦੀ। ਉਹ ਭੇਡਾਂ ਇਸ ਤੋਂ ਥੋੜਾ ਹੋਰ ਅੱਗੇ ਜਾ ਸਕਦੀਆਂ ਸਨ। ਪੁਲਿਸ ਵਾਲਿਆਂ ਨੂੰ ਪੁੱਛ ਸਕਦੀਆਂ ਸਨ, ਇਸ ਨੂੰ ਕਿਉਂ ਮਾਰਿਆ ਜੇ? ਬੁੱਢੀਆਂ ਭੇਡਾਂ ਦੇ ਨਾਲ ਅਧਖੜ ਉਮਰ ਦੀਆਂ ਭੇਡਾਂ ਹੋਰ ਹਿੰਮਤ ਕਰਦੀਆਂ ਤਾਂ ਸੜਕ ਵਿੱਚ ਚੌਂਕੜਾ ਮਾਰ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ, ਜਾਮ ਲਾ ਸਕਦੀਆਂ ਸਨ। ਜੇ ਇਸ ਤਰ੍ਹਾਂ ਦਾ ਇੱਕ ਇਕੱਠ ਵੀ ਸ਼ਹਿਰ ਦੇ ਐਨ ਵਿਚਕਾਰ ਇਸ ਚੌਰਾਹੇ ਵਿੱਚ ਹੋ ਜਾਂਦਾ ਤਾਂ ਜਿੱਥੇ ਜ਼ੁਲਮ ਕਰਨ ਵਾਲਿਆਂ ਦਾ ਹੌਸਲਾ ਢਹਿੰਦਾ, ਉਥੇ ਮਜ਼ਲੂਮਾਂ ਦਾ ਹੌਸਲਾ ਵੱਧਦਾ। ਕਿਸੇ ਬੇਦੋਸ਼ੇ ਨੂੰ ਮਾਰ ਦੇਣਾ, ਉਹ ਵੀ ਨਿਹੱਥੇ ਨੂੰ। ਜੇ ਸਿੱਖ ਸੰਗਤਾਂ ਇਹੋ ਜਿਹੀਆਂ ਘਟਨਾਵਾਂ ਦਾ ਵੀ ਨੋਟਿਸ ਨਹੀਂ ਲੈਂਦੀਆਂ ਜਿੱਥੇ ਉਹਨਾਂ ਦੀ ਨਸਲਕੁਸ਼ੀ ਹੋ ਰਹੀ ਹੈ, ਤਾਂ ਫਿਰ ਇਹ ਪਖੰਡੀ ਸਾਧ ਸੰਗਤ ਕੰਨ ਰਸ ਦੀ ਮਾਰੀ ਹੋਈ ਗੁਰਦੁਆਰੇ ਜਾਂਦੀ ਹੈ। ਇਹ ਸੰਗਤ ਨਹੀਂ ਭੇਡਾਂ ਦਾ ਇੱਜੜ ਹੈ। ਜੇ ਇਸ ਭੇਡਾਂ ਦੇ ਇੱਜੜ ਨੇ ਇਸ ਘਟਨਾ ਨੂੰ ਸਿੱਖਾਂ ਦੀ ਨਸਲਕੁਸ਼ੀ ਦੇ ਤੌਰ ਤੇ ਨਹੀਂ ਸੀ ਲੈਣਾ ਤਾਂ ਮਨੁੱਖੀ ਅਧਿਕਾਰਾਂ ਦੇ ਤੌਰ ਤੇ ਤਾਂ ਲੈ ਸਕਦੀ ਸੀ ਨਾ। ਇਹ ਕਿੱਥੇ ਲਿਖਿਆ ਹੋਇਆ ਹੈ ਕਿ ਇੱਕ ਨਿਹੱਥੇ ਬੰਦੇ ਨੂੰ ਪੁਲਿਸ ਫੜ ਕੇ ਗ੍ਰਿਫਤਾਰ ਕਰਨ ਦੀ ਥਾਂ ਗੋਲੀ ਮਾਰ ਕੇ ਹੀ ਮਾਰ ਦੇਵੇ। ਇੱਕ ਬੜੇ ਮਸ਼ਹੂਰ ਤੇ ਬਜ਼ੁਰਗ ਵਕੀਲ ਵੀ ਉੱਥੇ ਸਨ, ਪਰ ਉਹ ਵੀ ਇਹ ਸਭ ਕੁਝ ਆਪਣੀ ਅੱਖੀਂ ਵੇਖ ਕੇ ਘੇਸਲ ਵੱਟ ਕੇ ਚੁੱਪਚਾਪ ਆਪਣੇ ਘਰ ਚਲੇ ਗਏ। ਉਹਨਾਂ ਦਾ ਘਰ ਬਿਲਕੁਲ ਕੁਝ ਕਦਮਾਂ ਦੇ ਫਾਸਲੇ ਤੇ ਸੀ। ਕੁਦਰਤ ਦਾ ਕ੍ਰਿਸ਼ਮਾ ਦੇਖੋ। ਉਦੋਂ ਤਾਂ ਉਹਨਾਂ ਆਪਣੀ ਜਾਨ ਪਿਆਰੀ ਕਰ ਲਈ, ਪਰ 3 ਸਾਲ ਬਾਅਦ ਐਨ ਉਸੇ ਹੀ ਸਥਾਨ ਤੇ ਉਸੇ ਹੀ ਗੁਰਦੁਆਰੇ ਆਉਂਦਿਆਂ ਉਹ ਇੱਕ ਬੱਸ ਥੱਲੇ ਆ ਕੇ ਕੁਚਲੇ ਗਏ। ਜੇ ਉਹ ਕਦੇ ਉਸ ਦਿਨ ਜ਼ੁਲਮ ਵਿਰੁੱਧ ਬੋਲਣ ਦਾ ਹੀਆ ਕਰ ਦਿੰਦੇ ਤਾਂ ਅੱਜ ਸਿੱਖ ਜਗਤ ਵਿੱਚ ਉਹਨਾਂ ਦਾ ਅਥਾਹ ਸਤਿਕਾਰ ਹੁੰਦਾ। ਇੱਧਰ ਸ਼ਾਮ ਦੀਆਂ ਐਰਾਂ ਰੈਲਾਂ ਰਲਣ ਲੱਗ ਪੈਂਦੀਆਂ। ਛਾਪੇ ਮਾਰ ਕੇ ਫੜੇ ਹੋਏ ਸਿੰਘਾਂ ਤੇ ਸਿੰਘਣੀਆਂ ਨੂੰ ਥਾਣੇ ਅੰਦਰ ਪੁੱਛਗਿੱਛ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਤੇ ਉਧਰ ਗੁਰਦੁਆਰੇ ਦੇ ਲਾਊਡ ਸਪੀਕਰ ਦੀ ਆਵਾਜ਼ ਗੂੰਜਦੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਪਾਠ ਸ਼ੁਰੂ ਹੋ ਜਾਂਦਾ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ।
ਉਧਰ ਸਿੰਘਾਂ ਦੀਆਂ ਲੱਤਾਂ ਦੋ ਸਿਪਾਹੀਆਂ ਨੇ ਦੋਹਾਂ ਪਾਸਿਆਂ ਤੋਂ ਫੜੀਆਂ ਹੁੰਦੀਆਂ ਤੇ ਉਸ ਦੀਆਂ ਚਾਂਗਰਾਂ ਨਿਕਲਦੀਆਂ। ਦੂਜੇ ਪਾਸੇ ਭਾਈ ਅੜਿੰਗ ਅੜਿੰਗ ਕੇ ਪਾਠ ਕਰਨ ਵਿੱਚ ਮਗਨ ਹੁੰਦੇ। ਇਹ ਕੈਸਾ ਮਾਹੌਲ ਸੀ ਜਿੱਥੇ ਜ਼ੁਲਮ ਤੇ ਭਗਤੀ ਇਕੱਠੀ ਚੱਲ ਰਹੀ ਸੀ। ਜ਼ੁਲਮ ਸਹਿਣ ਵਾਲੇ ਕੋਲ ਕੌਣ ਸਨ ਤੇ ਭਗਤੀ ਦੇ ਸ਼ੌਕੀਨ ਕੌਣ? ਚਾਹੀਦਾ ਤਾਂ ਇਹ ਸੀ ਕਿ ਘੋੜਾ ਤੇ ਸਵਾਰ ਇੱਕ ਹੋ ਜਾਣ ਵਾਂਗ ਪੂਰੀ ਕੌਮ ਇੱਕ ਹੋ ਕੇ ਸੋਚਦੀ, ਪਰ ਇੱਥੇ ਤਾਂ ਸੋਚਿਆ ਹੀ ਹੋਰ ਤਰ੍ਹਾਂ ਗਿਆ। ਚੱਡੇ ਪੜਵਾਉਣ ਵਾਲੇ ਚੱਡੇ ਪੜਵਾਈ ਜਾਂਦੇ ਸਨ ਤੇ ਗੀਤ ਸੰਗੀਤ ਦੇ ਸ਼ੌਕੀਨ ਗੀਤ ਗਾਈ ਜਾਂਦੇ ਸਨ। ਕਿ ਸਿੱਖ ਧਰਮ ਗੀਤ ਸੰਗੀਤ ਵਾਸਤੇ ਬਣਿਆ ਹੈ? ਇੱਕ ਵਿਧਵਾ ਬੀਬੀ ਜੋ ਆਪ ਕਈ ਦਿਨ ਥਾਣੇ ਕੱਟ ਕੇ ਆਈ ਸੀ ਤੇ ਰੱਜ ਕੇ ਪੁਲਸੀਆਂ ਹੱਥੋਂ ਜਲੀਲ ਹੋਣ ਤੇ ਬਲਾਤਕਾਰ ਦੇ ਦੁੱਖ ਸਹਿਣ ਤੋਂ ਬਾਅਦ ਆਪਣਾ ਦਿਮਾਗੀ ਤਵਾਜ਼ਨ ਗਵਾ ਚੁੱਕੀ ਸੀ, ਪਤਾ ਲੈਣ ਗਏ ਲੋਕਾਂ ਕੋਲ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰਦੀ ਤੇ ਕਹਿੰਦੀ, ਮੈਨੂੰ ਤਾਂ ਜਦੋਂ ਵੀ ਕਿਤੇ ਸ਼ਬਦ ਕੀਰਤਨ ਦੀ ਆਵਾਜ਼ ਸੁਣਦੀ ਹੈ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੰਜਰਾਂ ਦੀ ਬਸਤੀ ਵਿੱਚ ਗਾਹਕ ਖਿੱਚਣ ਦੀਆਂ ਤਿਆਰੀਆਂ ਹੋ ਰਹੀਆਂ ਹੋਣ। ਸ਼ਬਦ ਕੀਰਤਨ ਕਰਨ ਵਾਲੇ ਲੋਕਾਂ ਦੇ ਮੂੰਹ ਮੈਨੂੰ ਕੁੱਤਿਆਂ ਦੇ ਮੂੰਹਾਂ ਵਰਗੇ ਲੱਗਦੇ ਹਨ। ਕਥਾ ਕਰਨ ਵਾਲੇ ਲੋਕ ਮੈਨੂੰ ਇਸ ਤਰ੍ਹਾਂ ਦਿਸਦੇ ਹਨ ਜਿਵੇਂ ਲੂੰਬੜੀ ਬੈਠੀ ਕਾਂ ਨਾਲ ਗੱਲਾਂ ਕਰ ਰਹੀ ਹੋਵੇ। ਪੋਚਵੀਆਂ ਪੱਗਾਂ ਤੇ ਖੁੱਲੇ ਦਾੜੇ ਵਾਲੇ ਲੋਕ ਮੈਨੂੰ ਕੰਜਰੀਆਂ ਦੇ ਬਾਜ਼ਾਰ ਦੇ ਦਲਾਲ ਲੱਗਦੇ ਹਨ, ਜਿਹੜੇ ਹੁਣੇ ਹੀ ਆਪਣੀ ਕਿਸੇ ਧੀ ਭਾਣਜੀ ਜਾਂ ਭਤੀਜੀ ਦਾ ਸੌਦਾ ਕਰਕੇ ਆਏ ਹੋਣ ਤੇ ਉਹਨਾਂ ਨੂੰ ਯਕੀਨ ਦਿਵਾ ਕੇ ਆਏ ਹੋਣ ਕਿ ਤੁਸੀਂ ਇੱਥੇ ਇਹਨਾਂ ਨਾਲ ਜੋ ਮਰਜ਼ੀ ਕਰੋ, ਅਸੀਂ ਲੋਕਾਂ ਨੂੰ ਸ਼ਬਦ ਕੀਰਤਨ ਵਿੱਚ ਉਲਝਾ ਕੇ ਰੱਖਾਂਗੇ। ਵੇਖਿਆ ਜਾਵੇ ਤਾਂ ਇਹ ਸਭ ਕੁਝ ਹਿੰਦੂ ਸੰਸਕ੍ਰਿਤੀ ਵਿੱਚ ਬਹੁਤ ਪਹਿਲਾਂ ਤੋਂ ਹੁੰਦਾ ਆਇਆ ਹੈ। ਸਤੀ ਕਰਨ ਵਾਲੀ ਕੁੜੀ ਨੂੰ ਪਹਿਲਾਂ ਤੇ ਸ਼ਿੰਗਾਰਿਆ ਜਾਂਦਾ, ਫਿਰ ਉਸ ਨੂੰ ਚਿਤਾ ਦੇ ਰੱਖ ਦਿੱਤਾ ਜਾਂਦਾ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਹਨਾਂ ਗੁਰਬਾਣੀ ਗਾਉਣ ਵਾਲਿਆਂ ਦਾ ਚੱਡੇ ਪੜਵਾਉਣ ਵਾਲਿਆਂ ਨਾਲ ਕੋਈ ਸੰਬੰਧ ਨਹੀਂ ਸੀ? ਕੀ ਇਹ ਦੋਵੇਂ ਗੁਰ ਭਾਈ ਨਹੀਂ? ਕੀ ਗੁਰੂ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਇੱਕ ਨੂੰ ਚੱਡੇ ਪੜਵਾਉਣ ਤੇ ਇੱਕ ਨੂੰ ਸੁਗੰਧਿਤ ਵਾਤਾਵਰਨ ਵਿੱਚ ਬੈਠ ਕੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਗਾਉਣ ਲਈ ਹੀ ਬਣਾਇਆ ਸੀ? ਕੀ ਸਤਿਗੁਰੂ ਨੂੰ ਨਹੀਂ ਸੀ ਪਤਾ ਕਿ ਧਰਮ ਵੀ ਪਤਾਸਿਆਂ ਵਾਂਗ ਵਿਰੋਧੀ ਰਾਜ ਕਰਨ ਵਾਲਿਆਂ ਦੇ ਰਾਜ ਵਿੱਚ ਘੁਲ ਜਾਂਦਾ ਹੈ ਤੇ ਪਤਾਸਿਆਂ ਦੀ ਆਪਣੀ ਕੋਈ ਹੋਂਦ ਨਹੀਂ ਰਹਿੰਦੀ, ਸਿਰਫ ਮਿਠਾਸ ਹੀ ਬਾਕੀ ਰਹਿ ਜਾਂਦੀ ਹੈ, ਜਿਹੜੀ ਸ਼ਿਕੰਜਵੀ ਸ਼ਰਬਤ ਤੇ ਚਾਹ ਵਿੱਚ ਵੀ ਹੁੰਦੀ ਹੈ। ਪੋਚਵੀਆਂ ਪੱਗਾਂ ਵਾਲੇ ਜੇ ਰਾਜ ਕਰਨ ਵਾਲਿਆਂ ਦੇ ਜ਼ੁਲਮ ਦੀ ਵਿਰੋਧਤਾ ਨਹੀਂ ਕਰ ਸਕਦੇ ਤਾਂ ਜ਼ੁਲਮ ਨਾਲ ਲੜਨ ਵਾਲਿਆਂ ਨੂੰ ਲੁਟੇਰੇ, ਡਾਕੂ, ਲੁੱਟਾਂ ਖੋਹਾਂ ਕਰਨ ਵਾਲੇ ਤੇ ਭਟਕੇ ਹੋਏ ਨੌਜਵਾਨ ਵੀ ਤਾਂ ਨਾ ਆਖਣ। ਕਰਵਾ ਚੌਥ ਦਾ ਵਰਤ ਰੱਖਣ ਵਾਲੀ ਸ਼ਹਿਰਨ ਨੂੰ ਇਹ ਨਹੀਂ ਪਤਾ ਕਿ ਪਿੰਡ ਵਿੱਚ ਰਹਿਣ ਵਾਲੀ ਮੇਰੀ ਭੈਣ ਦਾ ਸੁਹਾਗ ਪੁਲਿਸ ਨੇ ਉਜਾੜ ਦਿੱਤਾ ਹੈ। ਜੇ ਸ਼ਹਿਰਨ ਦਾ ਪਤੀ ਕਰਵਾ ਚੌਥ ਦਾ ਵਰਤ ਰੱਖਣ ਨਾਲ ਜਿਉਂਦਾ ਹੈ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਪੇਂਡੂ ਵਿਚਾਰੀ ਦੇ ਪਤੀ ਨੂੰ ਅੰਮ੍ਰਿਤ ਨੇ ਮਾਰਿਆ ਹੈ। ਜੇ ਉਹ ਵੀ ਵਰਤ ਰੱਖਣ ਵਾਲੀ ਹੁੰਦੀ ਤਾਂ ਉਹਦਾ ਪਤੀ ਵੀ ਨਾ ਮਰਦਾ। ਸ਼ਹਿਰਨ ਤਾਂ ਗਲ ਵਿੱਚ ਮੰਗਲ ਸੂਤਰ ਪਾਈ ਫਿਰਦੀ ਹੈ ਤੇ ਪਿੰਡਣ ਵਿਚਾਰੀ ਖੁੱਲੇ ਵਾਲ ਗਲ ਵਿੱਚ ਪਾਈ ਵਿਧਵਾ ਹੋਈ ਫਿਰਦੀ ਹੈ। ਦੇਸ਼ ਭਗਤ ਦੀ ਪਤਨੀ ਹੈ, ਇੱਕ ਦੇਸ਼ ਭਗਤ ਦੀ ਪਤਨੀ ਹੈ ਤੇ ਦੂਸਰੀ ਦੇਸ਼ ਦੇ ਗੱਦਾਰ ਦੀ ਪਤਨੀ ਹੈ। ਸ਼ਹਿਰੀ ਭਾਪਿਆਂ ਦੇ ਮੁੰਡੇ ਦੇਸ਼ ਭਗਤ, ਪੇਂਡੂ ਸਿੱਖਾਂ ਦੇ ਮੁੰਡੇ ਅੱਤਵਾਦੀ। ਉਂਝ ਸ਼ਹਿਰੀ ਮੁੰਡਿਆਂ ਨੇ ਵੀ ਬੜੀਆਂ ਜਾਨਾਂ ਵਾਰੀਆਂ ਹਨ ਤੇ ਬੜਾ ਤਸ਼ੱਦਦ ਆਪਣੇ ਪਿੰਡੇ ਤੇ ਹੰਢਾਇਆ ਹੈ। ਇਹ ਗੱਲ ਤਾਂ ਉਹਨਾਂ ਦੀ ਹੈ ਜਿਹੜੇ ਸਿੱਖੀ ਦਾ ਖੇਖਣ ਤਾਂ ਬਹੁਤ ਕਰਦੇ ਹਨ ਪਰ ਰਾਸ਼ਟਰੀ ਸਿੱਖ ਸੰਗਤ ਦੇ ਮਾਮੇ ਬਣੇ ਬੈਠੇ ਹਨ। ਹੋ ਸਕਦਾ ਹੈ ਪਿੰਡਾਂ ਦੇ ਸਿੱਖ ਕੁਝ ਸਾਲਾਂ ਬਾਅਦ ਸਿੱਖੀ ਛੱਡ ਜਾਣ, ਪਰ ਉਹ ਜੰਝੂ ਨਹੀਂ ਪਾ ਸਕਦੇ ਕਿਉਂਕਿ ਪੇਂਡੂ ਜਿਹੇ ਲੋਕ ਗੁਰੂ ਨਾਨਕ ਤੋਂ ਪਹਿਲਾਂ ਵੀ ਜੰਝੂ ਨਹੀਂ ਸੀ ਪਾਉਂਦੇ। ਪਰ ਸ਼ਹਿਰੀ ਭਾਪੇ ਸਿੱਖ ਤਾਂ ਹੋ ਸਕਦਾ ਹੈ ਕੁਝ ਸਾਲਾਂ ਤੱਕ ਜੰਝੂ ਵੀ ਪਾਉਣ ਲੱਗ ਪੈਣ। ਗੁਰਦੁਆਰੇ ਤਾਂ ਹੁਣ ਪਹਿਲਾਂ ਹੀ ਮੰਦਰਾਂ ਵਰਗੇ ਕੰਮ ਕਰਨ ਲੱਗ ਪਏ ਹਨ। ਹੁਣ ਵੀ ਤਾਂ ਕਈ ਗੁਰਦੁਆਰਿਆਂ ਵਿੱਚ ਜਨਮ ਅਸ਼ਟਮੀ ਮਨਾਈ ਜਾਂਦੀ ਹੈ ਤੇ ਰਾਮਨੌਮੀ ਦੇ ਜਲੂਸ ਗੁਰਦੁਆਰਿਓਂ ਨਿਕਲਦੇ ਹਨ। ਜਿਵੇਂ ਕਿ ਬਸਤੀ ਸ਼ੇਖ ਜਲੰਧਰ ਦੇ ਗੁਰਦੁਆਰੇ ਨੇ ਸ਼ੁਭ ਪਹਿਲ ਕੀਤੀ ਹੈ।
ਕਿ ਹੁਣ ਹਿੰਦੂ ਸੰਤ ਗੁਰਦੁਆਰਿਆਂ ਵਿੱਚ ਕੀਰਤਨ ਤੇ ਕਥਾ ਨਹੀਂ ਕਰਦੇ, ਉਹਨਾਂ ਨੂੰ ਸਰੋਪੇ ਨਹੀਂ ਮਿਲਦੇ। ਨਵੰਬਰ 2001 ਦੀ ਗੱਲ ਹੈ ਕਿ ਦਿਆਲ ਨਗਰ ਵਿੱਚ 2 ਸਾਲ ਤੋਂ ਇੱਕ ਅੰਮ੍ਰਿਤਧਾਰੀ ਬੀਬੀ ਗੁਰਪ੍ਰੀਤ ਕੌਰ ਨੇ ਵਿਦੇਸ਼ਾਂ ਵਿੱਚੋਂ ਪੈਸਾ ਲਿਆ ਕੇ ਗੁਰਦੁਆਰਾ ਬਣਾਇਆ। ਇਹ ਬੀਬੀ ਗਾਤਰੇ ਕਿਰਪਾਨ ਪਾਉਂਦੀ ਹੈ ਤੇ ਕੇਸਕੀ ਸਜਾਉਂਦੀ ਹੈ। ਇਸ ਗੁਰਦੁਆਰੇ ਵਿੱਚ ਉਹ ਬੜੀ ਸ਼ਰਧਾ ਨਾਲ ਅਖੰਡ ਪਾਠ ਅਤੇ ਕਥਾ ਕੀਰਤਨ ਦੀ ਸੇਵਾ ਕਰਵਾਉਂਦੀ ਰਹੀ ਹੈ। ਪਰ ਅਚਾਨਕ ਉਸਨੇ ਗੁਰਦੁਆਰੇ ਵਿੱਚ ਸ਼ੇਰਾਂ ਵਾਲੀ ਮਾਤਾ ਦਾ ਜਗਰਾਤਾ ਰੱਖ ਲਿਆ। ਉਸਨੇ ਇੱਕ 22-23 ਸਾਲ ਦੇ ਮੁੰਡੇ ਨੂੰ ਪੈਰ ਅਤੇ ਹੱਥ ਥੱਲੇ ਲਵਾ ਕੇ ਘੋੜਾ ਜਿਹਾ ਬਣਾ ਲਿਆ। ਉਸ ਤੇ ਗੋਟੇ ਵਾਲਾ ਲਾਲ ਕੱਪੜਾ ਪਾ ਕੇ ਤੇ ਉਸਦੇ ਮੂੰਹ ਤੇ ਸ਼ੇਰ ਦਾ ਗੱਤੇ ਦਾ ਮਖੌਟਾ ਪਾ ਕੇ ਆਪ ਉਸ ਉੱਤੇ ਚੜ੍ਹ ਬੈਠੀ ਤੇ ਹਰ ਤਰੀਕੇ ਨਾਲ ਅਖਬਾਰਾਂ ਆਦਿ ਵਿੱਚ ਇਸ਼ਤਿਹਾਰ ਤੇ ਖਬਰਾਂ ਵਗੈਰਾ ਲਵਾ ਕੇ ਇਹ ਪ੍ਰਚਾਰ ਕਰਵਾਇਆ ਕਿ ਮੈਂ ਸ਼ੇਰਾਂ ਵਾਲੀ ਮਾਂ ਹਾਂ। ਹਾਜ਼ਰ ਲੋਕਾਂ ਦੇ ਦੱਸਣ ਅਨੁਸਾਰ ਉੱਥੇ ਬਹੁਤ ਜ਼ਿਆਦਾ ਗਿਣਤੀ ਵਿੱਚ ਅੰਮ੍ਰਿਤਧਾਰੀ ਸਿੰਘ ਅਤੇ ਅੰਮ੍ਰਿਤਧਾਰੀ ਸਿੰਘਣੀਆਂ ਵੀ ਤਾੜੀਆਂ ਮਾਰ ਕੇ ਨੱਚ ਕੇ ਸ਼ੇਰਾਂ ਵਾਲੀ ਮਾਤਾ ਦੇ ਭਜਨ ਗਾ ਰਹੀਆਂ ਸਨ। ਬੀਬੀ ਗੁਰਪ੍ਰੀਤ ਕੌਰ ਨੂੰ ਸਿੱਖ ਸੰਗਤ ਇਕੱਠੀ ਕਰਨ ਵਿੱਚ ਕੋਈ ਦਿੱਕਤ ਨਹੀਂ ਆਈ, ਕਿਉਂਕਿ ਇਸ ਗੁਰਦੁਆਰੇ ਵਿੱਚ ਪਹਿਲਾਂ ਤੋਂ ਹੀ ਆਉਣ ਵਾਲੀ ਸੰਗਤ ਅੱਜ ਮਾਤਾ ਦੀ ਭਗਤ ਬਣ ਗਈ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਗੁਰਦੁਆਰਾ ਸਾਹਿਬ ਦੇ ਜਿਸ ਹਾਲ ਵਿੱਚ ਇਹ ਜਗਰਾਤਾ ਹੋ ਰਿਹਾ ਸੀ, ਉੱਥੇ ਹੀ ਮਹਾਰਾਜ ਦਾ ਪ੍ਰਕਾਸ਼ ਵੀ ਸੀ ਤੇ ਸ਼ੇਰਾਂ ਵਾਲੀ ਮਾਤਾ ਸ਼ੇਰ ਤੇ ਬੈਠੀ ਹੋਣ ਕਰਕੇ ਮਹਾਰਾਜ ਦੇ ਸਰੂਪ ਤੋਂ ਵੀ ਉੱਚੀ ਸੀ। ਜਲੰਧਰ ਦੇ ਕੁਝ ਅਣਖੀ ਸਿੱਖਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹਨੇ ਸਾਫ਼ ਕਹਿ ਦਿੱਤਾ ਕਿ ਮੈਂ ਜਗਰਾਤਾ ਕਰਵਾਉਣਾ ਹੀ ਕਰਵਾਉਣਾ ਹੈ। ਬਹੁਤੀ ਗੱਲ ਹੈ ਤਾਂ ਤੁਸੀਂ ਮਹਾਰਾਜ ਦਾ ਸਰੂਪ ਚੁੱਕ ਕੇ ਲੈ ਜਾਓ। ਝਗੜਾ ਹੋਣ ਤੋਂ ਰੋਕਣ ਲਈ ਪ੍ਰਸ਼ਾਸਨ ਨੇ ਦੂਸਰਾ ਰੱਖਿਆ ਜਗਰਾਤਾ ਤਾਂ ਨਾ ਹੋਣ ਦਿੱਤਾ, ਪਰ ਇਸ ਗੱਲ ਦੀ ਕੀ ਗਰੰਟੀ ਹੈ ਕਿ ਉਹ ਗੁਰਦੁਆਰਾ ਮੰਦਿਰ ਵਿੱਚ ਤਬਦੀਲ ਨਹੀਂ ਹੋਵੇਗਾ। ਦੂਜੀ ਘਟਨਾ ਵਿੱਚ ਦਿਓਲ ਨਗਰ ਵਿੱਚ ਇੱਕ ਗੁਰਦੁਆਰਾ ਹੈ ਜਿਸ ਦਾ ਨਾਂ ਆਸਾ ਪੂਰਨ ਰੱਖਿਆ ਹੋਇਆ ਹੈ। ਇਸ ਨਾਂ ਤੋਂ ਤਾਂ ਇਹ ਭੁਲੇਖਾ ਪੈਂਦਾ ਹੈ ਕਿ ਜੇ ਕੋਈ ਇਸ ਗੁਰਦੁਆਰੇ ਵਿੱਚ ਆਵੇ ਤਾਂ ਉਹਦੀ ਆਸ ਪੂਰਨ ਹੁੰਦੀ ਹੈ, ਪਰ ਜੇ ਕਿਸੇ ਹੋਰ ਵਿੱਚ ਜਾਵੇ ਤਾਂ ਕੰਮ ਵਿਗੜ ਵੀ ਸਕਦਾ ਹੈ। ਸਿੱਖ ਇੰਨਾ ਨਿਗਰ ਚੁੱਕੇ ਹਨ ਕਿ ਗੁਰਦੁਆਰਿਆਂ ਦੇ ਨਾਂ ਵੀ ਦੁਕਾਨਾਂ ਵਰਗੇ ਰੱਖਣ ਲੱਗ ਪਏ ਹਨ। ਇਸ ਗੁਰਦੁਆਰੇ ਵਿੱਚ ਇੱਕ ਕਬਰ ਵੀ ਬਣੀ ਹੋਈ ਹੈ। ਗੁਰਦੁਆਰੇ ਵਿੱਚ ਮੱਥਾ ਟੇਕਣ ਜਾਂਦੀ ਸੰਗਤ ਵਿੱਚੋਂ ਕਾਫੀ ਸਿੱਖ ਕਬਰ ਉੱਤੇ ਵੀ ਮੱਥਾ ਟੇਕਦੇ ਹਨ। ਬਾਕਾਇਦਾ ਇਸ ਕਬਰ ਤੇ ਹਰੇ ਰੰਗ ਦਾ ਕੱਪੜਾ ਪਾਇਆ ਹੋਇਆ ਸੀ। ਕੁਝ ਸਿੰਘਾਂ ਨੇ ਉਹ ਕਬਰ ਢਾਹ ਦਿੱਤੀ। ਇਹ ਕੰਮ ਨਿਰਵਿਘਨ ਸਮਾਪਤ ਹੋ ਗਿਆ, ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਗੁਰਦੁਆਰੇ ਵਿੱਚ ਕਬਰ ਨਹੀਂ ਹੋ ਸਕਦੀ ਤੇ ਨਾ ਹੀ ਕਬਰ ਵਾਲੀ ਥਾਂ ਤੇ ਗੁਰਦੁਆਰਾ ਹੋ ਸਕਦਾ ਹੈ। ਗੁਰਦੁਆਰੇ ਦੇ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਨੂੰ ਭਰੋਸੇ ਵਿੱਚ ਲੈ ਕੇ ਹੀ ਇਹ ਕੰਮ ਕੀਤਾ ਗਿਆ ਸੀ। ਇੱਕ ਹੋਰ ਸਿੱਖ ਜੋ ਪੇਸ਼ੇ ਵਜੋਂ ਆਮਦਨ ਕਰਕੇ ਵਕੀਲ ਹਨ ਤੇ ਆਮ ਤੌਰ ਤੇ ਸਿੱਖ ਮਸਲਿਆਂ ਵਿੱਚ ਬਹੁਤ ਦਿਲਚਸਪੀ ਲੈਂਦੇ ਰਹਿੰਦੇ ਹਨ ਤੇ ਅਜੇ ਕੁਝ ਦਿਨ ਪਹਿਲਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਐਕਟ 1925 ਵਿੱਚ ਸਿੱਖ ਵੋਟਰ ਦੀ ਪਰਿਭਾਸ਼ਾ ਨਿਸ਼ਚਿਤ ਕਰਨ ਵਾਲੇ ਮਾਮਲੇ ਵਿੱਚ ਉਹਨਾਂ ਨੇ ਬੜਾ ਵੇਲਾ ਕੀਤਾ ਤੇ ਬੜੀ ਪ੍ਰਸਿੱਧੀ ਖੱਟੀ ਤੇ ਨਾਲੇ ਲੋਕਾਂ ਨੂੰ ਇਹ ਯਕੀਨ ਦਿਵਾ ਦਿੱਤਾ ਕਿ ਜੇ ਇਹ ਕਾਨੂੰਨ ਪਾਸ ਹੋ ਗਿਆ ਤਾਂ ਸ਼ਾਇਦ ਸਾਰੇ ਸਿੱਖ ਹੀ ਪਲੇਗ ਪੈ ਕੇ ਮਰ ਜਾਣਗੇ। ਸਭ ਤੋਂ ਪਹਿਲਾਂ ਤਾਂ ਇਸ ਵਕੀਲ ਨੇ ਹੀ ਕਬਰ ਪੁੱਟ ਕੇ ਸੁੱਟਣ ਵਾਲੇ ਬਹਾਦਰ ਸਿੰਘਾਂ ਨਾਲੋਂ ਆਪਣਾ ਨਾਤਾ ਤੋੜ ਲਿਆ ਤੇ ਉਹ ਵੀ ਅਖਬਾਰਾਂ ਵਿੱਚ ਬਿਆਨ ਲਵਾ ਕੇ। ਸਗੋਂ ਇਸ ਵਕੀਲ ਨੇ ਤੇ ਕਈ ਸਿੱਖਾਂ ਨੂੰ ਇਹ ਕਹਿ ਕੇ ਵੀ ਡਰਾਇਆ ਕਿ ਕਬਰ ਪੁੱਟਣ ਵਾਲਿਆਂ ਨੂੰ ਫਾਂਸੀ ਵੀ ਹੋ ਸਕਦੀ ਹੈ। ਜਿਸ ਦਿਨ ਇਸ ਸਿੰਘ ਨੇ ਕਬਰ ਪੁੱਟਣ ਵਾਲੇ ਮਾਮਲੇ ਵਿੱਚੋਂ ਆਪਣੇ ਆਪ ਨੂੰ ਅਲੱਗ ਕੀਤਾ, ਉਸੇ ਦਿਨ ਹੀ ਕਬਰ ਪੁੱਟਣ ਵਾਲੇ ਸਿੰਘਾਂ ਨੂੰ ਉਕਸਾ ਰਿਹਾ ਸੀ ਇੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਿੱਖ ਹੋ ਕੇ ਅੱਜ ਭੂਮੀ ਪੂਜਨ ਕਰ ਰਿਹਾ ਹੈ।
ਕਿ ਤੇ ਇੱਕ ਇਮਾਰਤ ਦਾ ਨੀਂਹ ਪੱਥਰ ਰੱਖ ਰਿਹਾ ਹੈ, ਕਿਉਂਕਿ ਭੂਮੀ ਪੂਜਨ ਸਿੱਖ ਰਵਾਇਤਾਂ ਦੇ ਉਲਟ ਹੈ। ਇਸ ਲਈ ਸਾਰੇ ਇਸ ਦੇ ਵਿਰੁੱਧ ਬਿਆਨ ਦੇਈਏ। ਸੋ ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।